Hello, Sat Shri Akal. This is Laprit Kaur and you are watching my channel. In today's video, we are going to talk about the difference between if I were and if I was. If you are preparing for IELTS or any exam related to English, or if you are learning this language, so this video is for you all, guys. So let's get started. ਇਹ ਵੀਡੀਓ ਇੰਪੋਰਟੈਂਟ ਇਸ ਲਈ ਆ ਕਿਉਂਕਿ ਆਪਾਂ ਸੁਣਿਆ ਹੁੰਦਾਗਾ, ਬਹੁਤ ਬੱਚਿਆਂ ਨੇ ਸੁਣਿਆ ਹੁੰਦਾ ਕਿ ਆਏ ਹੀ ਸ਼ੀ ਆ, ਹੈ ਨਾ, ਜੋ ਵੀ ਸਿੰਗੂਲਰ ਪ੍ਰੋਨਾਊਨਸ ਹੁੰਦੇ ਆ ਉਹਨਾਂ ਨਾਲ ਵਾਜ਼ ਲੱਗਦਾ ਏ, ਬਟ ਵਾਜ਼ ਦੀ ਜਗ੍ਹਾ 'ਤੇ ਕਦੇ ਕਦੇ ਵਰ ਵੀ ਲੱਗਦਾ ਏ, ਬਟ ਡਿਪੈਂਡ ਕਰਦਾ ਕਿ ਸੈਂਟੈਂਸ ਕਿੱਦਾਂ ਦਾ। ਠੀਕ ਹੈ ਜੀ, ਤਾਂ ਅੱਜ ਆਪਾਂ ਉਹੀ ਦੇਖਾਂਗੇ ਕਿ ਆਏ ਦੇ ਨਾਲ, ਹੀ ਦੇ ਨਾਲ, ਸ਼ੀ ਦੇ ਨਾਲ ਵਾਜ਼ ਕਦੋਂ ਲੱਗਦਾ ਐਂਡ ਇਹਨਾਂ ਦੇ ਨਾਲ ਵਰ ਕਦੋਂ ਲੱਗਦਾ। ਠੀਕ ਹੈ, ਤਾਂ ਕਿ ਤੁਸੀਂ ਆਪਣੀ ਆਇਲਸ ਰਾਈਟਿੰਗ ਦੇ ਵਿੱਚ ਜਾਂ ਫਿਰ ਇੰਗਲਿਸ਼ ਨੋਰਮਲ ਸਪੀਕਿੰਗ ਆ ਜੋ ਵੀ ਤੁਸੀਂ ਡੇਲੀ ਬੇਸਿਸ ਬੋਲਦੇ ਹੋ ਉਸ ਦੇ ਵਿੱਚ ਗਲਤੀਆਂ ਨਾ ਕਰੋ। ਠੀਕ, ਸੋ ਐਜ਼ ਜੇ ਗੱਲ ਕਰੀਏ ਇਫ ਆਈ ਦੇ ਨਾਲ ਵਰ ਕਦੋਂ ਲੱਗਦਾ, ਤਾਂ ਇਹ ਉਦੋਂ ਲੱਗਦਾ ਜਦੋਂ ਸੈਂਟੈਂਸਸ ਆਪਣੇ ਕੋਲ ਸਬਜੰਕਟਿਵ ਹੁੰਦੇ ਆ। ਸਬਜੰਕਟਿਵ ਸੈਂਟੈਂਸਸ ਕਿਹੜੇ ਹੁੰਦੇ ਆ? ਜਿਹੜੇ ਕਿ ਇੰਪੋਸੀਬਲ ਹੁੰਦੇ ਨੇ। ਠੀਕ ਹੈ, ਜੇ ਕੋਈ ਵੀ ਚੀਜ਼ ਉਹੀ ਜੀ ਸੈਂਟੈਂਸ ਦੇ ਵਿੱਚ ਹੋਵੇ ਜਿਹੜੀ ਕਿ ਹੋਣਾ ਪੋਸੀਬਿਲਿਟੀ ਨਹੀਂ ਹੈ ਜਿਵੇਂ ਹੋਣ ਦੀ। ਠੀਕ ਹੈ, ਮਤਲਬ ਹੋ ਹੀ ਨਹੀਂ ਸਕਦਾ, ਜਿਹੜੀ ਚੀਜ਼ ਹੋ ਹੀ ਨਹੀਂ ਸਕਦੀ, ਇੰਪੋਸੀਬਲ ਹੋਵੇ। ਨੈਕਸਟ, ਕੋਈ ਫੈਕਟ ਨਾ ਹੋਵੇ। ਠੀਕ ਹੈ, ਜਿਸ ਦੇ ਵਿੱਚ ਕੋਈ ਸੱਚਾਈ ਨਾ ਹੋਵੇ। ਠੀਕ ਹੈ, ਜਸਟ ਆਪਾਂ ਇਮੈਜਿਨ ਕਰਦੇ ਹਾਂ, ਓਨਲੀ ਆਪਾਂ ਇਮੈਜਿਨ ਕਰਦੇ ਹਾਂ ਜਾਂ ਫਿਰ ਆਪਾਂ ਵਿਸ਼ ਕਰਦੇ ਹਾਂ। ਠੀਕ ਹੈ, ਜਾਂ ਆਪਾਂ ਕਿਸੇ ਨੂੰ ਐਡਵਾਈਸ ਦਿੰਦੇ ਹਾਂ, ਤਾਂ ਇੱਦਾਂ ਦੀਆਂ ਸਟੇਟਮੈਂਟਸ ਦੇ ਵਿੱਚ ਆਪਾਂ ਇਫ ਆਈ ਵਰ ਲਗਾਉਣੇ ਆ। ਜਦੋਂ ਐਗਜ਼ਾਮਪਲ ਲਿਖੂੰਗੀ ਤਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਊਗਾ। ਦੇਖੋ, ਜਿਵੇਂ ਕਿ ਐਗਜ਼ਾਮਪਲ ਹੈ, ਇਫ ਆਈ ਵਰ ਯੂ ਆਈ ਵੁੱਡ ਬਾਏ ਦਿਸ ਹਾਊਸ। ਠੀਕ ਹੈ, ਦੇਖੋ ਇਹ ਸਟੇਟਮੈਂਟ ਦੇ ਨਾਲ ਵਿੱਚ ਮੈਂ ਆਈ ਦੇ ਨਾਲ ਵਰ ਲਗਾਇਆ। ਇੱਥੇ ਕਿਉਂ ਲਗਾਇਆ ਇਹ? ਦੇਖੋ ਇੰਨੀ ਕੁ ਸਟੇਟਮੈਂਟ ਨੂੰ ਦੇਖੋ ਪਹਿਲਾਂ, ਹਾਫ ਨੂੰ। ਠੀਕ ਹੈ, ਕੀ ਲਿਖਿਆ? ਇਫ ਆਈ ਵਰ ਯੂ, ਆਈ ਵਰ ਯੂ, ਇਹਦਾ ਮਤਲਬ ਕੀ ਹੈ? ਜੇ ਮੈਂ ਤੁਸੀਂ ਹੁੰਦੀ। ਠੀਕ ਹੈ, ਮੈਂ ਤੁਸੀਂ ਹੁੰਦੀ ਪੋਸੀਬਲ ਹੈ? ਨਹੀਂ ਹੈ ਨਾ, ਇੰਪੋਸੀਬਲ ਹੈ, ਕਿਉਂਕਿ ਜੋ ਮੈਂ ਆ ਉਹ ਮੈਂ ਹੀ ਰਹੂੰਗੀ। ਠੀਕ ਹੈ, ਮੈਂ ਹੀ ਆ, ਮੈਂ ਯੂ ਕਦੇ ਨਹੀਂ ਬਣ ਸਕਦੀ। ਠੀਕ ਹੈ, ਬਟ ਮੈਂ ਜਸਟ ਗੱਲ ਕੀਤੀ ਆ ਕਿ ਜੇ ਮੈਂ ਤੁਸੀਂ ਹੁੰਦੀ ਤਾਂ ਮੈਂ ਇੱਦਾਂ ਕਰਦਾ। ਠੀਕ ਹੈ, ਜਾਂ ਮੈਂ ਇੱਦਾਂ ਕਰਦੀ, ਬਟ ਮੈਂ ਨਹੀਂ ਆ, ਮੈਂ ਹੀ ਰਹਿਣਾ। ਤਾਂ ਇਹ ਇੱਕ ਇੰਪੋਸੀਬਲ ਸਟੇਟਮੈਂਟ ਹੈ। ਤਾਂ ਇੱਥੇ ਵਾਜ਼ ਆਊਗਾ, ਵਰ ਆਊਗਾ। ਜੇ ਵਾਜ਼ ਲਿਖੋਗੇ ਤਾਂ ਉਹ ਸਟੇਟਮੈਂਟ ਰੋਂਗ ਹੋ ਜਾਊਗੀ। ਠੀਕ ਹੈ, ਤਾਂ ਇਹ ਇੱਦਾਂ ਦੀ ਸਟੇਟਮੈਂਟ ਹੈ ਜੋ ਕਿ ਇੰਪੋਸੀਬਲ ਹੈ, ਜੋ ਪੋਸੀਬਲ ਨਹੀਂ ਆ, ਹੋ ਹੀ ਨਹੀਂ ਸਕਦਾ। ਠੀਕ ਹੈ, ਤਾਂ ਇਹਦਾ ਮੀਨਿੰਗ ਕੀ ਹੈ? ਇਫ ਆਈ ਵਰ ਯੂ, ਜੇ ਮੈਂ ਤੁਸੀਂ ਹੁੰਦੀ, ਆਈ ਵੁੱਡ ਬਾਈ ਦਿਸ ਹਾਊਸ, ਤਾਂ ਮੈਂ ਇਸ ਘਰ ਨੂੰ ਖਰੀਦਦੀ। ਠੀਕ ਹੈ ਜੀ, ਤਾਂ ਇੱਦਾਂ ਦੇ ਸਟੇਟਮੈਂਟਸ ਹੁੰਦੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਆਪਾਂ ਵਾਜ਼ ਨਹੀਂ ਲਗਾਉਂਦੇ, ਆਈ ਦੇ ਨਾਲ ਜਾਂ ਹੀ ਦੇ ਨਾਲ ਜਾਂ ਸ਼ੀ, ਜੋ ਵੀ ਸਿੰਗੂਲਰ ਪ੍ਰੋਨਾਊਨਸ ਹੁੰਦੇ ਆਪਣੇ ਕੋਲ, ਸਿੰਗੂਲਰ ਸਬਜੈਕਟਸ ਹੁੰਦੇ ਨੇ। ਠੀਕ ਹੈ, ਉਹਨਾਂ ਦੇ ਨਾਲ ਆਪਾਂ ਕੀ ਯੂਜ਼ ਕਰਦੇ ਹਾਂ? ਵਰ ਇੰਸਟੈਡ ਆਫ ਵਾਜ਼। ਸੋ ਗਾਇਜ਼, ਇਹਨੂੰ ਚੰਗੀ ਤਰ੍ਹਾਂ ਸਮਝਣ ਲਈ ਆਪਾਂ ਹੋਰ ਐਗਜ਼ਾਮਪਲਸ ਦੇਖਦੇ ਹਾਂ। ਠੀਕ ਹੈ, ਦੇਖੋ ਪਹਿਲੀ ਐਗਜ਼ਾਮਪਲ, ਇਫ ਆਈ ਵਰ ਰਿਚ ਆਈ ਵੁੱਡ ਬਾਏ ਦਿਸ ਕਾਰ। ਇਫ ਆਈ ਦੇ ਨਾਲ ਮੈਂ ਯੂਜ਼ ਕੀਤਾ ਵਰ, ਉਸ ਤੋਂ ਬਾਅਦ ਕੀ ਹੈ? ਰਿਚ। ਠੀਕ ਹੈ, ਜੇ ਮੈਂ ਰਿਚ ਹੁੰਦੀ, ਜੇ ਮੈਂ ਅਮੀਰ ਹੁੰਦੀ ਤਾਂ ਮੈਂ ਇਸ ਕਾਰ ਨੂੰ ਖਰੀਦਦੀ। ਠੀਕ ਹੈ, ਗੱਲ ਤਾਂ ਹੋ ਰਹੀ ਹੈ ਕਿ ਜੇ ਮੈਂ ਅਮੀਰ ਹੁੰਦੀ, ਬਟ ਮੈਂ ਅਮੀਰ ਨਹੀਂ ਆ, ਸੋ ਵਰ ਯੂਜ਼ ਕੀਤਾ। ਇਫ ਆਈ ਵਰ ਰਿਚ, ਜੇ ਮੈਂ ਅਮੀਰ ਹੁੰਦੀ, ਠੀਕ ਹੈ, ਤਾਂ ਮੈਂ ਇਸ ਕਾਰ ਨੂੰ ਖਰੀਦਦੀ। ਨੈਕਸਟ ਇਜ਼ ਇਫ ਸ਼ੀ ਵਰ ਕੁਈਨ ਹੀ ਵੁੱਡ ਮੈਰੀ ਹਰ। ਇਫ ਸ਼ੀ ਵਰ ਕੁਈਨ, ਦੇਖੋ ਜੇ ਉਹ ਕੁਈਨ ਹੁੰਦੀ, ਬਟ ਉਹ ਕੁਈਨ ਨਹੀਂ ਆ। ਠੀਕ ਹੈ, ਜੇ ਉਹ ਕੁਈਨ ਹੁੰਦੀ ਤਾਂ ਉਹ ਉਹਦੇ ਨਾਲ ਵਿਆਹ ਕਰ ਲੈਂਦਾ। ਠੀਕ ਹੈ, ਬਟ ਉਹ ਕੁਈਨ ਨਹੀਂ ਆ, ਸੱਚਾਈ ਨਹੀਂ ਆ, ਸੋ ਆਪਾਂ ਵਰ ਯੂਜ਼ ਕੀਤਾ ਸ਼ੀ ਦੇ ਨਾਲ। ਠੀਕ ਹੈ, ਨੈਕਸਟ, ਇਫ ਆਈ ਵਰ ਦੇਅਰ ਆਈ ਵੁੱਡ ਮੀਟ ਯੂ। ਦੇਖੋ ਮੈਂ ਇੱਥੇ ਆ, ਹੀਅਰ। ਠੀਕ ਹੈ, ਬਟ ਗੱਲ ਕਰ ਰਹੀ ਹਾਂ ਜੇ ਮੈਂ ਉੱਥੇ ਹੁੰਦੀ। ਠੀਕ ਹੈ, ਜੇ ਮੈਂ ਉੱਥੇ ਹੁੰਦੀ, ਆਈ ਵੁੱਡ ਮੀਟ ਯੂ, ਤਾਂ ਮੈਂ ਤੁਹਾਨੂੰ ਮਿਲਦੀ। ਠੀਕ ਹੈ, ਤਾਂ ਇੱਦਾਂ ਦੀ ਗੱਲ ਕਰ ਰਹੇ ਹਾਂ ਆਪਾਂ ਜਿਹੜੀ ਕਿ ਨਹੀਂ ਹੈਗੀ, ਜੋ ਕਿ ਫੈਕਟ ਨਹੀਂ ਆ, ਰੀਅਲ ਨਹੀਂ ਆ। ਠੀਕ ਹੈ, ਮੈਂ ਜਸਟ ਸੋਚ ਰਹੀ ਹਾਂ ਕਿ ਜੇ ਮੈਂ ਉੱਥੇ ਹੁੰਦੀ ਤਾਂ ਤੁਹਾਨੂੰ ਮੈਂ ਮਿਲਦੀ। ਇਫ ਆਈ ਵਰ ਯੂ ਆਈ ਵੁੱਡ ਸਬਸਕ੍ਰਾਈਬ ਟੂ ਦਿਸ ਚੈਨਲ। ਇਫ ਆਈ ਵਰ ਯੂ,
ਜੇ ਮੈਂ ਤੁਸੀਂ ਹੁੰਦੀ ਤਾਂ ਮੈਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਂਦੀ, ਬਟ ਮੈਂ ਆ, ਮੈਂ ਤੁਸੀਂ ਨਹੀਂ ਆ, ਠੀਕ ਹੈ, ਨਾ ਹੀ ਕਦੇ ਹੋ ਸਕਦੀ ਆ। ਇਫ ਆਈ ਵਰ ਪ੍ਰੈਜ਼ੀਡੈਂਟ ਆਈ ਵੁੱਡ ਮੇਕ ਦਿਸ ਕੰਟਰੀ ਗ੍ਰੇਟ। ਕਹਿੰਦੇ ਜੇ ਮੈਂ ਪ੍ਰੈਜ਼ੀਡੈਂਟ ਹੁੰਦੀ, ਬਟ ਮੈਂ ਪ੍ਰੈਜ਼ੀਡੈਂਟ ਨਹੀਂ ਆ, ਠੀਕ ਹੈ। ਇਫ ਆਈ ਵਰ ਪ੍ਰੈਜ਼ੀਡੈਂਟ ਆਈ ਵੁੱਡ ਮੇਕ ਦਿਸ ਕੰਟਰੀ ਗ੍ਰੇਟ, ਤਾਂ ਮੈਂ ਇਸ ਕੰਟਰੀ ਨੂੰ ਵਧੀਆ ਗ੍ਰੇਟ ਬਣਾ ਦਿੰਦੀ, ਠੀਕ ਹੈ। ਇਫ ਹੀ ਵਰ ਹੀਅਰ ਰਾਈਟ ਨਾਓ, ਜੇ ਉਹ ਇੱਥੇ ਹੁੰਦਾ ਹੁਣ, ਹੀ ਵੁੱਡ ਹੈਲਪ ਅਸ, ਤਾਂ ਉਹ ਆਪਣੀ ਹੈਲਪ ਕਰਦਾ, ਠੀਕ ਹੈ, ਬਟ ਉਹ ਇੱਥੇ ਨਹੀਂ ਆ, ਸੋ ਇੱਥੇ ਮੈਂ ਵਰ ਨੂੰ ਯੂਜ਼ ਕੀਤਾ। ਇਫ ਹੀ ਵਰ ਹੀਅਰ ਰਾਈਟ ਨਾਓ ਹੀ ਵੁੱਡ ਹੈਲਪ ਅਸ। ਸੋ ਗਾਇਜ਼ ਇੱਦਾਂ ਆਪਾਂ ਵਰ ਨੂੰ ਯੂਜ਼ ਕਰਦੇ ਹਾਂ ਜਦੋਂ ਆਪਾਂ ਕਿਸੇ ਨੂੰ ਐਡਵਾਈਸ ਦੇਣੀ ਹੋਵੇ, ਠੀਕ ਹੈ। ਜਿਵੇਂ ਕਿ ਇੱਥੇ ਐਡਵਾਈਸ ਹੈ ਕਿ ਜੇ ਮੈਂ ਤੁਹਾਡੀ ਜਗ੍ਹਾ ਹੁੰਦੀ ਜਾਂ ਮੈਂ ਤੁਸੀਂ ਹੁੰਦੀ ਤਾਂ ਮੈਂ ਇੱਦਾਂ ਕਰਦਾ, ਜਾਂ ਜੇ ਆਪਾਂ ਕੁਛ ਸੋਚ ਰਹੇ ਹੁੰਦੇ ਹਾਂ, ਠੀਕ ਹੈ, ਤਾਂ ਆਪਾਂ ਉੱਥੇ ਇੱਦਾਂ ਦੀ ਵਰ ਨੂੰ ਯੂਜ਼ ਕਰਦੇ ਹਾਂ ਸਿੰਗੂਲਰ ਪ੍ਰੋਨਾਊਨਸ ਨਾਲ, ਆਈ ਦੇ ਨਾਲ, ਸ਼ੀ ਦੇ ਨਾਲ, ਹੀ ਦੇ ਨਾਲ, ਠੀਕ ਹੈ ਜੀ, ਤਾਂ ਉੱਥੇ ਵਰ ਯੂਜ਼ ਕਰਦੇ ਹਾਂ। ਇੱਕ ਗੱਲ ਹੋਰ ਮਾਈਂਡ 'ਚ ਰੱਖਣੀ ਹੈ ਕਿ ਜਦੋਂ ਆਪਾਂ ਇਫ ਆਈ ਵਰ ਨੂੰ ਯੂਜ਼ ਕਰਦੇ ਹਾਂ ਤਾਂ ਪ੍ਰੈਜ਼ੈਂਟ ਵਿੱਚ ਕਰਦੇ ਹਾਂ, ਠੀਕ ਹੈ। ਲਾਈਕ ਜੋ ਆਪਾਂ ਹੁਣ ਸੋਚਦੇ ਹਾਂ, ਠੀਕ ਹੈ, ਇਹ ਪ੍ਰੈਜ਼ੈਂਟ ਵਿੱਚ ਹੁੰਦਾ, ਬਲਕਿ ਇਫ ਆਈ ਵਾਜ਼ ਹੁੰਦਾ ਜਿਹੜਾ, ਉਹ ਆਪਾਂ ਪਾਸਟ ਦੀ ਗੱਲ ਕਰਦੇ ਹੁੰਦੇ ਹਾਂ। ਤਾਂ ਇੱਥੇ ਜਿਹੜੀ ਇਹ ਗੱਲ ਹੋ ਰਹੀ ਹੈ ਇਹ ਸਾਰੀਆਂ ਪ੍ਰੈਜ਼ੈਂਟ ਵਿੱਚ ਹੋ ਰਹੀਆਂ ਨੇ, ਠੀਕ ਹੈ, ਕਿ ਜੇ ਮੈਂ ਰਿਚ ਹੁੰਦੀ, ਜੇ ਉਹ ਕੁਈਨ ਹੁੰਦੀ, ਇਹ ਸਾਰੀਆਂ ਪ੍ਰੈਜ਼ੈਂਟ ਵਿੱਚ ਹੋ ਰਹੀਆਂ ਨੇ, ਤੇ ਇੱਥੇ ਆਪਾਂ ਵੁੱਡ ਯੂਜ਼ ਕਰਦੇ ਹੁੰਦੇ ਹਾਂ, ਠੀਕ ਹੈ, ਕਿ ਇੱਦਾਂ ਕਰਦਾ ਜਾਂ ਇੱਦਾਂ ਕਰਦੀ। ਸੋ ਜੇ ਆਪਾਂ ਗੱਲ ਕਰੀਏ ਕਿ ਆਈ ਦੇ ਨਾਲ, ਹੀ ਦੇ ਨਾਲ, ਸ਼ੀ ਦੇ ਨਾਲ ਵਾਜ਼ ਕਦੋਂ ਲੱਗਦਾ, ਠੀਕ ਹੈ, ਪਹਿਲੀ ਗੱਲ ਤਾਂ ਇਹ ਪਾਸਟ ਦੀ ਸਿਚੁਏਸ਼ਨ ਹੁੰਦੀ ਹੈ, ਠੀਕ ਹੈ। ਹਮੇਸ਼ਾ ਜੇ ਪਾਸਟ ਦੀ ਗੱਲ ਹੋਊਗੀ ਤਾਂ ਆਪਾਂ ਵਾਜ਼ ਲਗਾਵਾਂਗੇ, ਠੀਕ ਹੈ। ਐਂਡ ਸਿਚੁਏਸ਼ਨਸ ਇਹ ਰੀਅਲ ਹੁੰਦੀਆਂ ਨੇ, ਸੱਚਾਈ ਹੁੰਦੀ ਹੈ, ਠੀਕ ਹੈ, ਪੋਸੀਬਿਲਿਟੀ ਹੋ ਸਕਦੀ ਆ, ਠੀਕ ਹੈ, ਹੋਣ ਦੀ ਸੰਭਾਵਨਾ ਹੋ ਸਕਦੀ ਆ ਕਿ ਲਾਈਕ ਕਦੇ ਕਦੇ ਇਹ ਹੁੰਦਾ ਕਿ ਆਪਾਂ ਨੂੰ ਕੁਝ ਨਾ ਪਤਾ ਹੋਵੇ, ਬਟ ਹੋ ਸਕਦਾ ਕਿ ਇੱਦਾਂ ਹੋ ਗਿਆ ਹੋਵੇ, ਠੀਕ ਹੈ, ਬਟ ਆਪਾਂ ਸ਼ੋਰ ਨਾ ਹੋਈਏ ਕਿ ਇੱਦਾਂ ਹੋਇਆ ਜਾਂ ਉੱਦਾਂ ਹੋਇਆ, ਠੀਕ ਹੈ, ਤਾਂ ਆਪਾਂ ਵਾਜ਼ ਯੂਜ਼ ਕਰਦੇ ਹਾਂ। ਸੋ ਦੇਖੋ ਐਗਜ਼ਾਮਪਲ, ਇਫ ਆਈ ਵਾਜ਼ ਰੋਂਗ ਲਾਸਟ ਨਾਈਟ ਆਈ ਐਮ ਸੌਰੀ, ਠੀਕ ਹੈ। ਦੇਖੋ ਮੀਨਿੰਗ ਕੀ ਹੈ, ਇਫ ਆਈ ਵਾਜ਼ ਰੋਂਗ ਲਾਸਟ ਨਾਈਟ, ਆਈ ਦੇ ਨਾਲ ਇੱਥੇ ਮੈਂ ਵਾਜ਼ ਯੂਜ਼ ਕੀਤਾ, ਠੀਕ ਹੈ, ਕਿਉਂਕਿ ਲਾਸਟ ਨਾਈਟ ਮਤਲਬ ਪਾਸਟ ਦੀ ਗੱਲ ਹੋ ਰਹੀ ਹੈ ਪਹਿਲੀ ਗੱਲ ਤਾਂ, ਠੀਕ ਹੈ। ਤੇ ਗੱਲ ਕੀ ਹੋ ਰਹੀ ਹੈ ਕਿ ਜੇ ਮੈਂ ਗਲਤ ਸੀ ਲਾਸਟ ਨਾਈਟ, ਮਤਲਬ ਮੈਨੂੰ ਸ਼ੋਰ ਨਹੀਂ ਆ ਕਿ ਮੈਂ ਰੋਂਗ ਸੀ ਜਾਂ ਮੈਂ ਰਾਈਟ ਸੀ, ਬਟ ਮੈਂ ਜਸਟ ਕਹਿ ਰਿਹਾ ਗਾ ਜਿਵੇਂ ਕਿ ਜੇ ਮੈਂ ਗਲਤ ਸੀ, ਇਫ ਆਈ ਵਾਜ਼ ਰੋਂਗ ਲਾਸਟ ਨਾਈਟ, ਜੇ ਮੈਂ ਲਾਸਟ ਨਾਈਟ ਗਲਤ ਸੀ, ਆਈ ਐਮ ਸੌਰੀ, ਤਾਂ ਮੈਨੂੰ ਮਾਫ ਕਰ ਦਿਓ, ਠੀਕ ਹੈ। ਮਤਲਬ ਸ਼ੋਰ ਨਹੀਂ ਆ ਉਹ ਕਿ ਉਹ ਗਲਤ ਸੀ ਜਾਂ ਉਹ ਸਹੀ ਸੀ, ਠੀਕ ਹੈ, ਜਸਟ ਉਹ ਕਹਿ ਰਿਹਾ ਕਿ ਜੇ ਮੈਂ ਗਲਤ ਸੀ ਦੈਨ ਆਈ ਐਮ ਸੌਰੀ, ਠੀਕ ਹੈ। ਤਾਂ ਇੱਦਾਂ ਆਪਾਂ ਵਾਜ਼ ਲਗਾਉਣੇ ਆ ਜੋ ਕਿ ਪਾਸਟ ਦੀ ਸਿਚੁਏਸ਼ਨ ਹੁੰਦੀ ਆ, ਜਿਸ ਦੇ ਵਿੱਚ ਹੋਣ ਦੀ ਸੰਭਾਵਨਾ ਹੁੰਦੀ ਆ ਕਿ ਇੱਦਾਂ ਹੋ ਸਕਦਾ ਹੈ, ਠੀਕ ਹੈ। ਇਹ ਤਾਂ ਨਹੀਂ ਹੋ ਸਕਦਾ ਕਿ ਰੋਂਗ ਹੋ ਹੀ ਨਹੀਂ ਸਕਦਾ, ਉਹ ਇੰਪੋਸੀਬਲ ਤਾਂ ਨਹੀਂ ਹੈਗੀ ਸਿਚੁਏਸ਼ਨ, ਪੋਸੀਬਲ ਹੈ, ਠੀਕ ਹੈ, ਹੋ ਸਕਦਾ ਕਿ ਉਹ ਰੋਂਗ ਹੋ ਸੀਗਾ ਕੱਲ ਦੀ ਰਾਤ, ਠੀਕ ਹੈ, ਤਾਂ ਇੱਦਾਂ ਪੋਸੀਬਿਲਿਟੀ ਹੋ ਸਕਦੀ ਹੈ, ਤਾਂ ਉਦੋਂ ਆਪਾਂ ਵਾਜ਼ ਲਗਾਉਣੇ ਆ। ਹਾਂਜੀ ਐਗਜ਼ਾਮਪਲਸ ਹੋਰ ਦੇਖੋ, ਲਾਈਕ ਫਸਟ, ਇਫ ਆਈ ਵਾਜ਼ ਰਾਈਟ ਯੈਸਟਰਡੇ ਯੂ ਸ਼ੁੱਡ ਹੈਵ ਸਟੂਡ ਬਾਈ ਮੀ, ਜੇ ਮੈਂ ਕੱਲ ਸਹੀ ਸੀ, ਠੀਕ ਹੈ, ਜੇ ਮੈਂ ਕੱਲ ਸਹੀ ਸੀ, ਯੂ ਸ਼ੁੱਡ ਹੈਵ ਸਟੂਡ ਬਾਈ ਮੀ, ਤਾਂ ਤੁਹਾਨੂੰ ਮੇਰੇ ਨਾਲ ਖੜਨਾ ਚਾਹੀਦਾ ਸੀ, ਠੀਕ ਹੈ। ਪਾਸਟ ਦੀ ਗੱਲ ਹੋ ਰਹੀ ਹੈ ਨਾ, ਸੀ ਪਹਿਲੀ ਗੱਲ ਤਾਂ ਪਾਸਟ ਦੀ ਗੱਲ ਹੋ ਗਈ ਆ, ਐਂਡ ਬਾਕੀ ਗੱਲ ਰੀਅਲ ਵੀ ਹੋ ਸਕਦੀ ਆ, ਪੋਸੀਬਿਲਿਟੀ ਹੋ ਸਕਦੀ ਆ, ਠੀਕ ਹੈ, ਹੋ ਸਕਦਾ ਕਿ ਉਹ ਸਹੀ ਹੋਵੇ ਯੈਸਟਰਡੇ, ਠੀਕ ਹੈ। ਤਾਂ ਇਸ ਕਰਕੇ ਆਪਾਂ ਵਾਜ਼ ਯੂਜ਼ ਕੀਤਾ ਕਿ ਜੇ ਮੈਂ ਕੱਲ ਸਹੀ ਸੀ ਤਾਂ ਤੁਹਾਨੂੰ ਮੇਰੇ ਨਾਲ ਖੜਨਾ ਚਾਹੀਦਾ ਸੀ, ਠੀਕ ਹੈ। ਕਿਉਂਕਿ ਆਪਾਂ ਪਾਸਟ ਦੇ ਵਿੱਚ ਜਦੋਂ ਆਪਾਂ ਸ਼ੁੱਡ ਲਗਾਉਣੇ ਆ ਤਾਂ ਆਪਾਂ ਇਦਾਂ ਹੀ ਲਗਾਉਣੇ ਹੁੰਦੇ ਆ, ਸ਼ੁੱਡ ਹੈਵ ਪਲੱਸ ਥਰਡ ਫਾਰਮ, ਠੀਕ ਹੈ, ਤਾਂ ਆਪਾਂ ਇਹਨੂੰ ਇਦਾਂ ਯੂਜ਼ ਕਰਦੇ ਆ, ਠੀਕ ਹੈ। ਯੂ ਦੇ ਨਾਲ ਸ਼ੁੱਡ ਆ ਗਿਆ, ਹੈਵ ਆ ਗਿਆ, ਸਟੈਂਡ ਦੀ ਥਰਡ ਫਾਰਮ ਸਟੂਡ ਆ ਗਿਆ। ਸੋ ਨੈਕਸਟ ਇਜ਼ ਇਫ ਆਈ ਵਾਜ਼ ਰੂਡ ਟੂ ਯੂ, ਇਫ ਆਈ ਵਾਜ਼ ਰਿਊਡ ਟੂ ਯੂ, ਜੇ ਮੈਂ ਤੁਹਾਡੇ ਨਾਲ ਰਿਊਡ ਸੀ ਬਟ ਮੈਨੂੰ ਨਹੀਂ ਪਤਾ ਕਿ ਮੇਰਾ ਬਿਹੇਵੀਅਰ ਕਿੱਦਾਂ ਦਾ ਸੀਗਾ, ਠੀਕ ਹੈ, ਬਟ ਮੈਂ ਕਹਿ ਰਿਹਾ ਕਿ ਜੇ ਮੈਂ ਤੁਹਾਡੇ ਨਾਲ ਰਿਊਡ ਸੀ, ਠੀਕ ਹੈ, ਤਾਂ ਆਈ ਅਪੋਲੋਜਾਈਜ਼, ਤਾਂ ਮੈਨੂੰ ਮਾਫ ਕਰ ਦਿਓ। ਸੋ ਗਾਇਜ਼ ਐਕਸਰਸਾਈਜ਼ ਟਾਈਮ, ਕਿਸੇ ਵੀ ਟੌਪਿਕ ਨੂੰ ਆਪਾਂ ਉਦੋਂ ਤੱਕ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਜਦੋਂ ਤੱਕ ਆਪਾਂ ਉਹਦੀ ਐਕਸਰਸਾਈਜ਼ ਕਰ ਲਈਏ, ਠੀਕ ਹੈ।
ਐਕਸਰਸਾਈਜ਼ ਕਰਨ ਨਾਲ ਹੀ ਲੱਗਦਾ ਕਿ ਹਾਂ ਆਪਾਂ ਨੂੰ ਟੌਪਿਕ ਆ ਗਿਆ। ਸੋ ਐਕਸਰਸਾਈਜ਼ ਕਰ ਲਿਆ ਕਰੋ, ਇਸ ਵੀਡੀਓ ਨੂੰ ਪਹਿਲਾਂ ਹੀ ਲੈਫਟ ਨਾ ਕਰਿਆ ਕਰੋ। ਸੋ ਗਾਇਜ਼ ਪੌਜ਼ ਕਰ ਦਿਓ ਵੀਡੀਓ ਨੂੰ ਐਂਡ ਐਕਸਰਸਾਈਜ਼ ਕਰੋ, ਦੈਨ ਆਪਾਂ ਡਿਸਕਸ ਕਰਦੇ ਹਾਂ। ਸੋ ਯਾ, ਇਫ ਆਈ ਡੈਸ਼ ਇਨਵਿਜ਼ੀਬਲ ਆਈ ਵੁੱਡ ਸਟੀਲ ਮਨੀ ਫਰੋਮ ਦ ਬੈਂਕ। ਦੇਖੋ ਆਈ ਦੇ ਨਾਲ ਕੀ ਲੱਗੂਗਾ, ਵਾਜ਼ ਜਾਂ ਵਰ। ਦੇਖੋ ਸੋਚੋ ਕਿ ਇਨਵਿਜ਼ੀਬਲ ਹੋਣਾ ਪੋਸੀਬਲ ਹੈ ਜਾਂ ਨਹੀਂ ਹੈ। ਮੈਂ ਇਨਵਿਜ਼ੀਬਲ ਹੋ ਸਕਦੀ ਹਾਂ, ਇੱਦਾਂ ਹੋ ਸਕਦਾ ਕਿ ਮੈਨੂੰ ਕੋਈ ਨਾ ਦਿਖੇ, ਨਹੀਂ ਹੋ ਸਕਦਾ ਨਾ, ਮੈਜਿਕ ਵਾਲੀ ਦੁਨੀਆ 'ਚ ਥੋੜ੍ਹੀ ਰਹਿੰਦੇ ਹਾਂ ਆਪਾਂ, ਹੋ ਹੀ ਨਹੀਂ ਸਕਦਾ। ਤਾਂ ਇੱਦਾਂ ਇੱਥੇ ਮੈਂ ਵਰ ਯੂਜ਼ ਕਰੋ, ਇਫ ਆਈ ਵਰ ਇਨਵਿਜ਼ੀਬਲ, ਜੇ ਮੈਂ ਇਨਵਿਜ਼ੀਬਲ ਹੋ ਜਾਂ, ਆਈ ਵੁੱਡ ਸਟੀਲ ਮਨੀ ਫਰੋਮ ਦਾ ਬੈਂਕ, ਤਾਂ ਮੈਂ ਬੈਂਕ ਦੇ ਵਿੱਚੋਂ ਪੈਸੇ ਚੋਰੀ ਕਰ ਲਾਂ। ਬਟ ਮੈਂ ਇਨਵਿਜ਼ੀਬਲ ਨਹੀਂ ਆ, ਮੈਨੂੰ ਸਭ ਦੇਖ ਸਕਦੇ ਆ। ਸੋ ਠੀਕ ਹੈ, ਇੱਥੇ ਇਸ ਲਈ ਮੈਂ ਵਰ ਨੂੰ ਯੂਜ਼ ਕੀਤਾ ਹੈ। ਨੈਕਸਟ ਇਜ਼ ਇਫ ਆਈ ਡੈਸ਼ ਅ ਬਰਡ ਆਈ ਵੁੱਡ ਫਲਾਈ। ਇੱਕ ਬਰਡ ਬਣਨਾ ਮੇਰੇ ਲਈ ਪੋਸੀਬਲ ਹੈ ਜਾਂ ਨਹੀਂ ਹੈ? ਨਹੀਂ ਹੈ, ਠੀਕ ਹੈ। ਮੈਂ ਇਨਸਾਨ ਹਾਂ ਅਤੇ ਮੈਂ ਇਨਸਾਨ ਹੀ ਰਹੂੰਗੀ, ਠੀਕ ਹੈ। ਤਾਂ ਜੋ ਚੀਜ਼ ਇੰਪੋਸੀਬਲ ਹੈ ਤਾਂ ਉਦੋਂ ਆਪਾਂ ਯੂਜ਼ ਕਰਾਂਗੇ ਵਰ। ਇਫ ਆਈ ਵਰ ਅ ਬਰਡ, ਜੇ ਮੈਂ ਇੱਕ ਪੰਛੀ ਹੁੰਦੀ, ਆਈ ਵੁੱਡ ਫਲਾਈ, ਤਾਂ ਮੈਂ ਉੱਡ ਜਾਂਦੀ, ਠੀਕ ਹੈ। ਇਫ ਸ਼ੀ ਡੈਸ਼ ਨੋਟ ਫੀਲਿੰਗ ਵੈਲ ਸ਼ੀ ਕੁਡ ਗੋ ਟੂ ਹੋਮ। ਦੇਖੋ ਹੁਣ ਇੱਥੇ ਕੀ ਹੈ, ਨੋਟ ਫੀਲਿੰਗ ਵੈਲ। ਕੋਈ ਵੀ ਇਨਸਾਨ ਵਧੀਆ ਨਹੀਂ ਫੀਲ ਕਰਨਾ, ਹੈ ਨਾ, ਵਧੀਆ ਨਾ ਫੀਲ ਕਰਨਾ ਪੋਸੀਬਲ ਹੈ ਜਾਂ ਇੰਪੋਸੀਬਲ ਹੈ? ਪੋਸੀਬਲ ਹੈ। ਹੋ ਸਕਦਾ ਕਿ ਉਹ ਫੀਲ ਨਹੀਂ ਕਰ ਰਹੀ ਸੀ, ਠੀਕ ਹੈ। ਪਾਸਟ ਦੀ ਗੱਲ ਹੋ ਰਹੀ ਹੈ, ਇੱਥੋਂ ਕੁੱਡ ਤੋਂ ਦੇਖ ਸਕਦੇ ਹੋ ਕਿ ਸੀ ਆ ਗਿਆ, ਠੀਕ ਹੈ। ਕੁੱਡ ਨੂੰ ਆਪਾਂ ਸੀ, ਜਦੋਂ ਪਾਸਟ ਵਾਲੀ ਸਿਚੁਏਸ਼ਨ ਹੁੰਦੀ ਹੈ ਕਿ ਕਰ ਸਕਦਾ ਸੀ, ਤਾਂ ਉਦੋਂ ਆਪਾਂ ਕੁੱਡ ਯੂਜ਼ ਕਰਦੇ ਹਾਂ, ਠੀਕ ਹੈ। ਤਾਂ ਦੇਖੋ ਇਫ ਸ਼ੀ ਡੈਸ਼ ਨੋਟ ਫੀਲਿੰਗ ਵੈਲ, ਜੇ ਉਹ ਵਧੀਆ ਫੀਲ ਨਹੀਂ ਕਰ ਰਹੀ ਸੀ, ਠੀਕ ਹੈ, ਸੀ ਜਾਂ ਕਰ ਰਹੀ ਸੀ, ਸ਼ੀ ਕੁਡ ਗੋ ਟੂ ਹੋਮ, ਤਾਂ ਉਹ ਆਪਣੇ ਘਰ ਜਾ ਸਕਦੀ ਸੀ, ਠੀਕ ਹੈ। ਇਹ ਚੀਜ਼ ਪੋਸੀਬਲ ਹੋ ਸਕਦੀ ਹੈ ਕਿ ਬੌਸ ਨੂੰ ਨਾ ਪਤਾ ਹੋਵੇ ਕਿ ਉਹ ਠੀਕ ਫੀਲ ਕਰ ਰਹੀ ਸੀ ਜਾਂ ਠੀਕ ਨਹੀਂ ਫੀਲ ਕਰ ਰਹੀ ਸੀ, ਬਟ ਬੌਸ ਕਿਸੇ ਹੋਰ ਨੂੰ ਕਹਿ ਰਿਹਾ ਕਿ ਜੇ ਉਹ ਠੀਕ ਨਹੀਂ ਫੀਲ ਕਰ ਰਹੀ ਸੀ, ਠੀਕ ਹੈ, ਪੋਸੀਬਿਲਿਟੀ ਹੈਗੀ ਆ, ਠੀਕ ਹੈ, ਬਟ ਸ਼ੋਰ ਨਹੀਂ ਆ ਬੌਸ। ਤਾਂ ਉਹ ਇਸ ਲਈ ਕਹਿ ਰਿਹਾ ਕਿ ਜੇ ਉਹ ਠੀਕ ਨਹੀਂ ਫੀਲ ਕਰ ਰਹੀ ਸੀ ਤਾਂ ਉਹ ਆਪਣੇ ਘਰ ਜਾ ਸਕਦੀ ਸੀ, ਠੀਕ ਹੈ ਜੀ। ਤਾਂ ਇੱਥੇ ਵਾਜ਼ ਆ ਗਿਆ। ਇਫ ਆਈ ਡੈਸ਼ ਔਨ ਰੋਂਗ ਟਰੈਕ ਯੂ ਸ਼ੁੱਡ ਹੈਵ ਗਾਈਡਡ ਮੀ। ਦੇਖੋ ਔਨ ਰੋਂਗ ਟਰੈਕ ਹੋਣਾ ਪੋਸੀਬਲ ਹੈ ਜਾਂ ਇੰਪੋਸੀਬਲ ਹੈ? ਹੋ ਸਕਦਾ, ਕੋਈ ਵੀ ਇਨਸਾਨ ਕਦੋਂ ਵੀ ਭਟਕ ਸਕਦਾ, ਠੀਕ ਹੈ। ਅੱਜ ਕੱਲ੍ਹ ਦੇ ਬੱਚੇ ਤਾਂ ਜ਼ਿਆਦਾਤਰ ਰੋਂਗ ਟਰੈਕ 'ਤੇ ਚੱਲਦੇ ਆ। ਸੋ ਇਹ ਹੋਣਾ ਪੋਸੀਬਲ ਹੈ, ਠੀਕ ਹੈ। ਕਹਿੰਦੇ ਇਫ ਆਈ ਡੈਸ਼ ਔਨ ਰੋਂਗ ਟਰੈਕ, ਜੇ ਮੈਂ ਰੋਂਗ ਟਰੈਕ 'ਤੇ ਸੀ, ਪਾਸਟ ਦੀ ਗੱਲ ਹੋ ਰਹੀ ਹੈ, ਤੁਸੀਂ ਇੱਥੋਂ ਦੇਖ ਸਕਦੇ ਹੋ ਕਿ ਸ਼ੁੱਡ ਦੇ ਨਾਲ ਹੈਵ ਦੇ ਨਾਲ ਥਰਡ ਫਾਰਮ ਲੱਗੀ ਹੋਈ ਆ, ਠੀਕ ਹੈ। ਤਾਂ ਇੱਥੋਂ ਵੀ ਤੁਹਾਨੂੰ ਪਤਾ ਲੱਗ ਜੂਗਾ ਕਿ ਪਾਸਟ ਦੀ ਗੱਲ ਹੋ ਰਹੀ ਆ। ਐਂਡ ਵੈਸੇ ਵੀ ਤੁਸੀਂ ਇੱਥੋਂ ਦੇਖ ਸਕਦੇ ਹੋ ਕਿ ਪੋਸੀਬਿਲਿਟੀ ਹੈਗੀ ਆ, ਤਾਂ ਇਸ ਕਰਕੇ ਜੇ ਪੋਸੀਬਿਲਿਟੀ ਹੈਗੀ ਆ ਤਾਂ ਤੁਸੀਂ ਕੀ ਲਗਾ ਸਕਦੇ ਹੋ, ਵਾਜ਼। ਇਫ ਆਈ ਵਾਜ਼ ਔਨ ਰੋਂਗ ਟਰੈਕ, ਜੇ ਮੈਂ ਗਲਤ ਟਰੈਕ 'ਤੇ ਸੀ, ਯੂ ਸ਼ੁੱਡ ਹੈਵ ਗਾਈਡਡ ਮੀ, ਤਾਂ ਤੁਹਾਨੂੰ ਮੈਨੂੰ ਗਾਈਡ ਕਰਨਾ ਚਾਹੀਦਾ ਸੀ, ਠੀਕ ਹੈ। ਤਾਂ ਇੱਥੇ ਵਾਜ਼ ਆ ਗਿਆ। ਲਾਈਕ ਮੈਂ ਸ਼ੋਰ ਨਹੀਂ ਹਾਂ ਕਿ ਮੈਂ ਗਲਤ ਟਰੈਕ 'ਤੇ ਸੀ ਜਾਂ ਮੈਂ ਸਹੀ 'ਤੇ ਸੀ, ਜਸਟ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਜੇ ਮੈਂ ਗਲਤ ਟਰੈਕ 'ਤੇ ਸੀ ਤਾਂ ਤੁਹਾਨੂੰ ਗਾਈਡ ਕਰਨਾ ਚਾਹੀਦਾ ਸੀ, ਠੀਕ ਹੈ। ਇਫ ਹੀ ਡੈਸ਼ ਟੋਲਰ ਸ਼ੀ ਵੁੱਡ ਡੇਟ ਹਿਮ। ਦੇਖੋ ਇੱਕ ਟੌਲ ਹੋਣਾ, ਹੈ ਨਾ, ਇਹ ਥੋੜ੍ਹੀ ਇੰਪੋਸੀਬਲ ਹੈ ਨਾ, ਕਿ ਜੇ ਕੋਈ 6.5 ਇੰਚ ਦਾ ਫੀਟ ਦਾ ਤਾਂ ਉਹ 6.5 ਦਾ ਹੀ ਰਹੂਗਾ, ਜੇ ਕੋਈ 4 ਦਾ ਤਾਂ ਉਹ 4 ਦਾ ਹੀ ਰਹੂਗਾ। ਹੁਣ ਜੇ ਮੈਂ 4 ਲਾ ਲਓ 4 ਫੁੱਟ ਦੀ ਆ, ਅਤੇ ਮੈਂ ਜੇ ਸੋਚਾਂ ਕਿ ਜੇ ਮੈਂ 6.5 ਫੁੱਟ ਦੀ ਹੁੰਦੀ, ਤਾਂ ਮੈਂ ਜਸਟ ਸੋਚ ਹੀ ਰਹੀ ਹਾਂ ਨਾ। ਇਹ ਤਾਂ ਨਹੀਂ ਹੈਗਾ ਕਿ ਮੈਂ ਬਣ ਜੂੰਗੀ, ਵੀ ਜੇ ਸੋਚ ਰਿਹਾ ਮੈਂ 6.5 ਫੁੱਟ ਦੀ ਬਣ ਜਾ ਤਾਂ ਮੈਂ ਜਦੀ ਬਣ ਜੂਗੀ, ਇੱਦਾਂ ਨਹੀਂ ਆ, ਠੀਕ ਹੈ। ਆਪਾਂ ਜਸਟ ਸੋਚ ਰਹੇ ਹਾਂ। ਤਾਂ ਜਦੋਂ ਆਪਾਂ ਜਸਟ ਸੋਚ ਰਹੇ ਹੁੰਦੇ ਹਾਂ ਤਾਂ ਵਰ। ਇਫ ਹੀ ਵਰ ਟੋਲਰ, ਜੇ ਉਹ ਟੌਲ ਹੁੰਦਾ, ਸ਼ੀ ਵੁੱਡ ਡੇਟ ਹਿਮ, ਤਾਂ ਉਹ ਉਹਨੂੰ ਡੇਟ ਕਰਦੇ, ਠੀਕ ਹੈ। ਤਾਂ ਇੱਦਾਂ ਆਪਾਂ ਵਾਜ਼ ਐਂਡ ਵਰ ਨੂੰ ਯੂਜ਼ ਕਰਦੇ ਹਾਂ। ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਗਾ ਕਿ ਵਾਜ਼ ਕਿੱਥੇ ਐਂਡ ਵਰ ਨੂੰ ਆਪਾਂ ਕਿੱਥੇ ਯੂਜ਼ ਕਰਦੇ ਹਾਂ, ਠੀਕ ਹੈ। ਇਹ ਸਾਰੇ ਸੈਂਟੈਂਸ ਆਪਾਂ ਇਫ ਵਾਲੇ ਲਏ ਆ, ਮਤਲਬ ਕੰਡੀਸ਼ਨਲ ਨੇ, ਠੀਕ ਹੈ। ਕੰਡੀਸ਼ਨਲ ਸੈਂਟੈਂਸਿਸ ਵਾਲੀ ਆਪਾਂ ਗੱਲ ਕੀਤੀ ਅੱਜ, ਕਿ ਵਾਜ਼ ਲਗਾਉਣਾ ਜਾਂ ਵਰ ਲਗਾਉਣਾ, ਆਈ ਦੇ ਨਾਲ, ਹੀ ਦੇ ਨਾਲ, ਸ਼ੀ ਦੇ ਨਾਲ, ਠੀਕ ਹੈ। ਸੋ ਆਈ ਹੋਪ ਤੁਹਾਨੂੰ ਸਭ ਨੂੰ ਇਹ ਟੌਪਿਕ ਸਮਝ ਆ ਗਿਆ ਹੋਊਗਾ ਐਂਡ ਅੱਗੇ ਤੋਂ ਕਦੇ ਵੀ ਇਹ ਗਲਤੀ ਨਹੀਂ ਕਰੋਗੇ। ਜੇ ਕਦੇ ਵੀ ਗਲਤੀ ਕਰਦੇ ਸੀ, ਜੇ ਪਹਿਲਾਂ ਤੁਹਾਨੂੰ ਇਹ ਟੌਪਿਕ ਬਾਰੇ ਪਤਾ ਸੀਗਾ ਤਾਂ ਬਹੁਤ ਵਧੀਆ ਗੱਲ ਹੈ।
ਸੋ ਗਾਇਜ਼ ਜੇ ਹਾਲੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਟੂ ਦਿਸ ਚੈਨਲ ਐਂਡ ਆਲਸੋ ਆਪਣੇ ਫਰੈਂਡਸ ਫੈਮਿਲੀ ਐਂਡ ਰਿਲੇਟਿਵਸ ਨਾਲ ਵੀਡੀਓਜ਼ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਉਹਨਾਂ ਤੱਕ ਵੀ ਇਹ ਇਨਫੋਰਮੇਸ਼ਨ ਪਹੁੰਚੇ ਐਂਡ ਮੈਨੂੰ ਸਪੋਰਟ ਕਰੋ ਚੈਨਲ ਨੂੰ। ਠੀਕ ਹੈ ਜੀ, ਸੋ ਬਾਏ ਬਾਏ, ਮਿਲਦੇ ਹਾਂ ਨੈਕਸਟ ਵੀਡੀਓ 'ਚ।